ਆਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਵਾਲਾ ਹੀ ਪ੍ਰਸੰਗ ਅੱਗੋਂ ਫਿਰ ਸ਼ੁਰੂ ਕਰੀਏ। ਹਿੰਦੂ ਦਾ ਸਵਾਲ। ਗੁਰੂ ਸਾਹਿਬ ਆਖਦੇ ਹਨ, ਚਾਰ ਪੁਕਾਰ ਹੈ ਨਾ ਤੋ ਮਨ ਹੈ, ਖਟ ਭੀ ਏਕਾ ਬਾਤ ਵਖਾਨ ਹੈ। 10 ਅਸ਼ਟੀ ਮਿਲ ਏਕੋ ਕਹਿਆ, ਤਾਪੀ ਜੋਗੀ ਭੇਦ ਨਾ ਲਹਿਆ। ਰਾਮਕਲੀ ਮਹੱਲਾ ਪੰਜਵਾਂ। ਸਿੱਖ ਦਾ ਜਵਾਬ। ਜੋਗੀ ਜੋ ਵੇਦ ਸ਼ਾਸਤਰਾਂ ਦਾ ਵਿਸ਼ਵਾਸੀ ਸੀ, ਉਸ ਨੂੰ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਹੇ ਜੋਗੀ, ਤੂੰ ਆਪਣੇ ਮਤ ਦੇ ਸ਼ਾਸਤਰਾਂ ਨੂੰ ਪੜ੍ਹ ਸੁਣ ਕੇ ਵੀ ਪਰਮਾਤਮਾ ਦਾ ਭੇਤ ਨਹੀਂ ਪਾਇਆ, ਐਵੇਂ ਪਾਣੀ ਬਿਲੋਇਆ ਹੈ। ਔਰ ਕੀ ਹਿੰਦੂ ਭਾਈ ਸਾਹਿਬ ਯੋਗੀ ਨੂੰ ਸਤਿਗੁਰ ਇਉਂ ਆਖਦੇ ਹਨ ਕਿ ਹੇ ਯੋਗੀ, ਦੇਖ ਕੁਰਾਨ ਔਰ ਅੰਜੀਲ ਇਹ ਉਪਦੇਸ਼ ਦੇ ਰਹੇ ਹਨ, ਪਰ ਤੈਂ ਉਹਨਾਂ ਦੇ ਮਰਮ ਨੂੰ ਨਹੀਂ ਪਾਇਆ। ਇਸ ਤਰ੍ਹਾਂ ਹਿੰਦੂ ਯੋਗੀ ਨੂੰ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਮੁਸਲਮਾਨਾਂ ਪ੍ਰਤੀ ਕਥਨ ਕਰਦੇ ਹਨ, ਦੋਜਕ ਪੌਦਾ ਕਿਉ ਰਹੈ, ਜਾ ਚਿਤ ਨ ਹੋਏ ਰਸੂਲ। ਵਾਰ ਗੌੜੀ ਮਹੱਲਾ ਪੰਜਵਾਂ। ਹੋਏ ਮੁਸਲਮ ਦੇਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ। ਵਾਰ ਮਾਝ ਮਹੱਲਾ ਪਹਿਲਾ। ਮਿਹਰ ਮਸੀਤ ਸਿਦਕ ਮੁਸੱਲਾ, ਹੱਕ ਹਲਾਲ ਕੁਰਾਨ। ਵਾਰ ਮਾਝ ਮਹੱਲਾ ਪਹਿਲਾ। ਅੰਗ 140। ਸੱਚ ਕਮਾਵੈ ਸੋਈ ਕਾਜੀ, ਜੋ ਦਿਲ ਸੋਧੈ ਸੋਈ ਹਾਜੀ। ਸੋ ਮੁੱਲਾ ਮਲਊਨ ਨਿਵਾਰੈ, ਸੋ ਦਰਵੇਸ਼ ਜਿਸ ਸਿਫਤ ਧਰਾ। ਮਾਰੂ ਮਹੱਲਾ ਪੰਜਵਾਂ। ਸੋ ਮੁੱਲਾ ਮਲਊਨ, ਮਲਊਨ ਤੋਂ ਭਾਵ ਸ਼ੈਤਾਨ, ਭਾਵ ਕਾਮ ਆਦਿਕ ਵਿਚਾਰਾਂ ਤੋਂ ਹੈ। ਕੀ ਇਹਨਾਂ ਉਪਦੇਸ਼ਾਂ ਦਾ ਆਪ ਇਹ ਸਿੱਟਾ ਕੱਢੋਗੇ ਕਿ ਗੁਰੂ ਸਾਹਿਬ ਸਿੱਖਾਂ ਨੂੰ ਮੁਹੰਮਦ ਸਾਹਿਬ ਦੀ ਪੈਰਵੀ ਕਰਨ ਦਾ ਹੁਕਮ ਦਿੰਦੇ ਹਨ? ਅਸਲ ਵਿੱਚ ਆਪ ਉਪਦੇਸ਼ ਦੇ ਢੰਗ ਤੇ ਸਤਿਗੁਰਾਂ ਦੇ ਆਸ਼ੇ ਤੋਂ ਅਗਿਆਨੀ ਹੋ। ਹਿੰਦੂ ਕਹਿੰਦੇ ਹਨ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਵੇਦ ਪੁਰਾਣ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ। ਸਿੱਖ ਦਾ ਉੱਤਰ। ਪਾਠ ਸਹੀ ਇਸ ਤਰ੍ਹਾਂ ਹੈ, ਵੇਦ ਕਤੇਬ ਕਹੋ ਮਤ ਝੂਠੇ। ਪ੍ਰਭਾਤੀ ਕਬੀਰ। ਇਸ ਦਾ ਭਾਵ ਇਹ ਹੈ, ਕਾਸ਼ੀ ਵਿੱਚ ਕਬੀਰ ਜੀ ਪਾਸ ਹਿੰਦੂ ਔਰ ਮੁਸਲਮਾਨ ਇੱਕ ਦੂਜੇ ਦੀ ਨਿੰਦਾ ਕਰਦੇ ਹੋਏ ਔਰ ਇੱਕ ਦੂਜੇ ਦੀਆਂ ਧਰਮ ਪੁਸਤਕਾਂ ਨੂੰ ਗਾਲੀਆਂ ਦਿੰਦੇ ਹੋਏ ਆਏ। ਚਰਚਾ ਬਲੀਦਾਨ ਔਰ ਕੁਰਬਾਨੀ ਦੇ ਮਸਲੇ ਪਰ ਦੋਹਾਂ ਧਿਰਾਂ ਦੀ ਛਿੜੀ ਹੋਈ ਸੀ। ਸੋ ਜਿਸ ਪਰ ਕਬੀਰ ਜੀ ਨੇ ਸ਼ਾਂਤੀ ਕਰਾਉਣ ਲਈ ਉੱਤਮ ਉਪਦੇਸ਼ ਦਿੱਤਾ ਕਿ ਐਵੇਂ ਬਿਨਾਂ ਵਿਚਾਰੇ ਪੱਖਪਾਤ ਨਾਲ ਕ੍ਰੋਧ ਦੇ ਅਧੀਨ ਹੋ ਕੇ ਵੇਦ ਔਰ ਕੁਰਾਨ ਨੂੰ ਝੂਠੇ ਝੂਠੇ ਨਾ ਕਹੋ। ਅਸਲੀਅਤ ਸਮਝ ਕੇ ਜੋ ਕੁਝ ਆਖਣਾ ਹੈ ਸੋ ਯਥਾਰਥ ਆਖੋ, ਔਰ ਸ਼ਾਂਤੀ ਨਾਲ ਧਰਮ ਗ੍ਰੰਥਾਂ ਦੇ ਮਰਮ ਨੂੰ ਸਮਝੋ। ਆਪ ਨੇ ਕਬੀਰ ਜੀ ਦਾ ਸ਼ਬਦ ਵੇਦਾਂ ਦੀ ਤਾਈਦ ਵਿੱਚ ਬਿਨਾਂ ਪ੍ਰਸੰਗ ਸਮਝੇ ਦਿੱਤਾ ਹੈ। ਅਸੀਂ ਮੁਨਾਸਬ ਸਮਝਦੇ ਹਾਂ ਕਿ ਆਪ ਨੂੰ ਕਬੀਰ ਜੀ ਦੀ ਆਪਣੀ ਰਾਏ ਵੇਦ ਔਰ ਕੁਰਾਨ ਬਾਬਤ ਸੁਣਾਈਏ, ਜੋ ਇਹ ਹੈ, ਵੇਦ ਕੁਰਾਨ। ਵਾਹਿਗੁਰੂ। ਵੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ। ਤਿਲੰਗ ਕਬੀਰ। ਸੋ ਮੇਰੇ ਮਿੱਤਰ ਹਿੰਦੂ ਜੀ, ਸਾਡੇ ਸਤਿਗੁਰ ਸਾਤ ਗ੍ਰਾਹੀ ਸਭ ਦੇ ਪਿਆਰੇ ਸੀ। ਉਹ ਕਿਸੇ ਦੀ ਨਿੰਦਾ ਔਰ ਉਸਤਤ ਨਹੀਂ ਕਰਦੇ ਸੀ। ਨਿੰਦਾ ਉਹ ਗੁਣਾਂ ਨੂੰ ਦੋਸ਼ ਦੱਸਣਾ
ਉਹ ਨਿੰਦਾ ਹੁੰਦੀ ਹੈ। ਉਸਤਤ ਔਰ ਆਵਗਨ ਨੂੰ ਗੁਣ ਪ੍ਰਗਟ ਕਰਨਾ ਉਸਤਤ ਹੈ। ਉਹ ਕਿਸੇ ਦੀ ਨਿੰਦਾ ਔਰ ਉਸਤਤ ਨਹੀਂ ਕਰਦੇ ਸੀ, ਜੋ ਯਥਾਰਥ ਦੇਖਦੇ ਸੀ ਸੋ ਆਖਦੇ ਸੀ। ਉਹ ਵੇਦ, ਕੁਰਾਨ ਆਦਿ ਪੁਸਤਕਾਂ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦੇ ਸੀ। ਉਹ ਸੰਸਕ੍ਰਿਤ ਨੂੰ ਦੇਵ ਬਾਣੀ ਔਰ ਅਰਬੀ ਫਾਰਸੀ ਨੂੰ ਮਲੇਸ਼ ਭਾਸ਼ਾ ਨਹੀਂ ਸਮਝਦੇ ਸੀ। ਹਿੰਦੂ ਸ਼ਾਸਤਰਾਂ ਦੀ ਮਲੇਸ਼ ਭਾਸ਼ਾ ਬਾਬਤ ਇਹ ਰਾਏ ਹੈ, ਮਲੇਸ਼ ਭਾਸ਼ਾ ਨਾ ਬੋਲੇ। ਬ੍ਰਿਹਤ ਪਰਾਸਤ ਸੰਹਿਤਾ ਅਧਿਆਇ 4। ਮਲੇਸ਼ ਭਾਸ਼ਾ ਕਦੇ ਨਾ ਸਿੱਖੇ। ਵਸ਼ਿਸ਼ਟ ਸੰਹਿਤਾ ਅਧਿਆਇ 6। ਮਲੇਸ਼ ਔਰ ਚੰਡਾਲ ਨਾਲ ਗੱਲ ਨਾ ਕਰੇ। ਵਿਸ਼ਨੂੰ ਸਿਮਰਤੀ ਅਧਿਆਇ 64। ਸੋ ਜਿਹਾ ਕਿ ਉਹਨਾਂ ਦੀ ਬਾਣੀ ਤੋਂ ਸਿੱਧ ਹੈ, ਅੱਲ੍ਹ ਅਲਖ ਅਪਾਰ, ਖੁਦ ਖੁਦਾਏ ਵੱਡ ਬੇਸੁਮਾਰ। ਉਨਮੋ ਭਗਵੰਤ ਗੁਸਾਈ, ਖਾਲਕ ਰਵ ਰਹਿਆ ਸਰਬ ਠਾਈ। ਰਹਾਓ। ਮਿਹਰਵਾਨ ਮੌਲਾ ਤੂ ਹੀ ਏਕ, ਪੀਰ ਪੈਗੰਬਰ ਸੇਖ। ਕਹੋ ਨਾਨਕ ਗੁਰ ਖੋਏ ਭਰਮ, ਏਕੋ ਅੱਲਹੁ ਪਾਰ ਬ੍ਰਹਮ। ਰਾਮਕਲੀ ਮਹੱਲਾ 5। ਹਿੰਦੂ ਦਾ ਸਵਾਲ। ਹੋਰ ਗੱਲਾਂ ਜਾਣ ਦਿਓ। ਦੇਖੋ, ਗੁਰੂ ਸਾਹਿਬ ਦੇ ਬਜ਼ੁਰਗ ਵੇਦ ਪੜ੍ਹਨ ਕਰਕੇ ਹੀ ਵੇਦੀ ਕਹਾਏ, ਜਿਹਾ ਕਿ ਬਚਿੱਤਰ ਨਾਟਕ ਵਿੱਚ ਲਿਖਿਆ ਹੈ। ਜਿਨੈ ਵੇਦ ਪਠਿਓ ਸੋ ਵੇਦੀ ਕਹਾਏ, ਤਿਨੈ ਧਰਮ ਕੇ ਕਰਮ ਨੇਕੇ ਚਲਾਏ। ਬਚਿੱਤਰ ਨਾਟਕ। ਹੁਣ ਆਪ ਵੇਦਾਂ ਤੋਂ ਕਿੱਥੇ ਭੱਜ ਸਕਦੇ ਹੋ? ਸਿੱਖ ਦਾ ਜਵਾਬ। ਪਿਆਰੇ ਭਾਈ, ਅਸੀਂ ਇਹ ਕਿਤੇ ਨਹੀਂ ਆਖਿਆ ਕਿ ਵੇਦ ਪੜ੍ਹਨ ਵਾਲਾ ਪਾਪੀ ਹੁੰਦਾ ਹੈ ਜਾਂ ਵੇਦ ਦਾ ਪੜ੍ਹਨਾ ਬੁਰਾ ਹੈ, ਪਰ ਸਿੱਖਾਂ ਲਈ ਵੇਦ ਧਰਮ ਪੁਸਤਕ ਨਹੀਂ ਹਨ। ਜਿਸ ਤਰ੍ਹਾਂ ਪੈਗੰਬਰ ਈਸਾ ਔਰ ਮੁਹੰਮਦ ਸਾਹਿਬ ਦੇ ਬਜ਼ੁਰਗਾਂ ਨੇ ਤੌਰੇਤ ਔਰ ਜੰਬੂਰ ਨੂੰ ਪ੍ਰੇਮ ਨਾਲ ਪੜ੍ਹਿਆ ਔਰ ਪਰਮਾਤਮਾ ਦੀ ਆਗਿਆ ਮੰਨ ਕੇ ਉਹਨਾਂ ਦਾ ਸਤਿਕਾਰ ਕੀਤਾ, ਪਰ ਹੁਣ ਈਸਾਈ ਔਰ ਮੁਸਲਮਾਨਾਂ ਦੀਆਂ ਪਵਿੱਤਰ ਪੁਸਤਕਾਂ ਅੰਜੀਲ ਔਰ ਕੁਰਾਨ ਹਨ। ਕੁਰਾਨ ਵਿੱਚ ਤੌਰੇਤ, ਜੰਬੂਰ ਔਰ ਅੰਜੀਲ ਨੂੰ ਅਸਮਾਨੀ ਕਿਤਾਬ ਮੰਨਿਆ ਹੈ, ਪਰ ਮੁਸਲਮਾਨਾਂ ਦੇ ਧਰਮ ਦਾ ਆਧਾਰ ਔਰ ਪੂਰੀ ਸ਼ਰਧਾ ਯੋਗਿਆ ਕੇਵਲ ਕੁਰਾਨ ਹੀ ਹੈ। ਇਸੇ ਤਰ੍ਹਾਂ ਚਾਹੇ ਗੁਰੂ ਨਾਨਕ ਸਾਹਿਬ ਦੇ ਬਜ਼ੁਰਗਾਂ ਨੇ ਵੇਦ ਪੜ੍ਹੇ ਔਰ ਵੇਦ ਅਨੁਸਾਰ ਆਚਰਣ ਕੀਤਾ, ਪਰ ਸਿੱਖਾਂ ਵਾਸਤੇ ਗੁਰੂ ਗ੍ਰੰਥ ਸਾਹਿਬ ਧਰਮ ਦਾ ਮੁੱਢ ਔਰ ਗੁਰੂ ਔਰ ਸਿੱਖ ਧਰਮ ਹੀ ਮੁਕਤੀ ਦਾਤਾ ਹੈ। ਵੇਦ ਅਥਵਾ ਹੋਰ ਕੋਈ ਧਰਮ ਗ੍ਰੰਥ ਨਹੀਂ ਹੈ। ਹੁਣ ਅੱਗੇ ਭਾਗ ਜੋ ਆਏਗਾ ਜਾਤੀ ਵਰਨ। ਸਿੱਖਾਂ ਵਿੱਚ ਵੀ ਵਿਗਿਆਨੀ, ਗ੍ਰੰਥੀ, ਸਿਪਾਹੀ, ਜ਼ਿਮੀਂਦਾਰ, ਵਪਾਰੀ ਔਰ ਲਾਂਗਰੀ ਆਦਿਕ ਅਧਿਕਾਰ ਔਰ ਦਰਜੇ ਹਨ, ਪਰ ਇਹ ਨਹੀਂ ਕਿ ਜਨਮ ਤੋਂ ਹੀ ਵਰਨ ਮੰਨੇ ਜਾਣ ਔਰ ਮਰਨ ਪਰਯੰਤ ਇੱਕ ਅਧਿਕਾਰ ਵਿੱਚ ਹੀ ਆਦਮੀ ਆਪਣੀ ਸਾਰੀ ਅਵਸਥਾ ਬਤੀਤ ਕਰੇ। ਖਾਲਸਾ ਪੰਥ ਵਿੱਚ ਜੋ ਗਿਆਨੀ ਹੈ, ਉਹੀ ਦੂਜੇ ਵੇਲੇ ਸੰਗਤਾਂ ਦੇ ਜੋੜੇ ਝਾੜਨ ਵਾਲਾ ਸੇਵਕ ਹੈ ਔਰ ਉਹੀ ਸ਼ਸਤਰਧਾਰੀ ਹੋ ਕੇ ਯੋਧਾ ਹੈ। ਇਸੇ ਤਰ੍ਹਾਂ ਜੋ ਸਿੱਖ ਸੰਗਤ ਦੇ ਝੂਠੇ ਭਾਂਡੇ ਮਾਂਜਦਾ ਹੈ, ਉਹੀ ਦੂਜੇ ਵੇਲੇ ਕਥਾ ਕਰਕੇ ਸੰਗਤ ਨੂੰ ਉਪਦੇਸ਼ ਦਿੰਦਾ ਹੈ ਇਤਿਆਦਿ। ਹਿੰਦੂ ਮੱਤ ਵਿੱਚ ਮਾਂ ਬਾਪ ਤੋਂ ਜਾਤੀ ਮੰਨੀ ਗਈ ਹੈ। ਇਸ ਵਿਸ਼ੇ ਦੇਖੋ ਮਨੂ ਸਿਮ੍ਰਿਤੀ ਦਾ ਅਧਿਆਇ 10ਵਾਂ ਸ਼ਲੋਕ 5ਵਾਂ। ਆਪ ਜਾਤੀ ਵਰਨ ਦੇ ਭਾਰੇ ਸ਼ਰਧਾਲੂ ਹੋ, ਬਲਕਿ ਜਾਤੀ ਵਿਸ਼ੇ ਪਰ ਆਪਨੇ ਵਾਹਿਗੁਰੂ ਦੀ ਪਰਜਾ ਪਰ ਬੜਾ ਭਾਰੀ ਅਨਿਆਂ ਕੀਤਾ ਹੈ, ਜੋ ਅਸੀਂ ਆਪ ਨੂੰ ਆਪ ਦੇ ਹੀ ਪੁਸਤਕਾਂ ਦੇ ਹਵਾਲੇ ਦੇ ਕੇ ਦੱਸਦੇ ਹਾਂ। ਦੇਖੋ, ਬ੍ਰਾਹਮਣ ਬਾਬਤ ਆਪ ਦੇ ਪੁਸਤਕ ਕੀ ਆਖਦੇ ਹਨ।
ਜਗਤ ਵਿੱਚ ਜਿਤਨਾ ਧਨ ਹੈ ਸਭ ਬ੍ਰਾਹਮਣ ਦਾ ਹੈ। ਬ੍ਰਹਮਾ ਦੇ ਮੂੰਹ ਤੋਂ ਪੈਦਾ ਹੋਣ ਕਰਕੇ ਸਭ ਕੁਝ ਗ੍ਰਹਿਣ ਕਰਨੇ ਯੋਗ ਬ੍ਰਾਹਮਣ ਹੈ। ਬ੍ਰਾਹਮਣ ਜੋ ਦੂਸਰੇ ਦਾ ਅੰਨ ਖਾਂਦਾ ਹੈ, ਕੱਪੜਾ ਪਹਿਨਦਾ ਹੈ ਜਾਂ ਕਿਸੇ ਦੀਆਂ ਚੀਜ਼ਾਂ ਹੋਰਨਾਂ ਨੂੰ ਦੇ ਦਿੰਦਾ ਹੈ, ਇਸ ਤੋਂ ਇਹ ਨਾ ਸਮਝੋ ਕਿ ਬ੍ਰਾਹਮਣ ਕਿਸੇ ਦੀ ਵਸਤੂ ਵਰਤਦਾ ਹੈ। ਨਹੀਂ, ਇਹ ਜੋ ਕੁਝ ਸੰਸਾਰ ਵਿੱਚ ਹੈ ਸਭ ਬ੍ਰਾਹਮਣ ਦਾ ਹੀ ਹੈ। ਮਨੂ ਸਮ੍ਰਿਤੀ ਅਧਿਆਇ ਪਹਿਲਾ। ਜੇ ਰਾਜੇ ਨੂੰ ਦੱਬਿਆ ਹੋਇਆ ਖਜ਼ਾਨਾ ਮਿਲ ਜਾਵੇ ਤਾਂ ਉਸ ਵਿੱਚੋਂ ਅੱਧਾ ਆਪ ਰੱਖੇ ਔਰ ਅੱਧਾ ਬ੍ਰਾਹਮਣ ਨੂੰ ਦੇ ਦੇਵੇ। ਮਨੂ ਸਮ੍ਰਿਤੀ ਅਧਿਆਇ ਛੇਵਾਂ। ਮੂਰਖ ਹੋਵੇ ਭਾਵੇਂ ਪੜ੍ਹਿਆ ਹੋਵੇ, ਬ੍ਰਾਹਮਣ ਵੱਡਾ ਦੇਵਤਾ ਹੈ। ਜਿਸ ਤਰ੍ਹਾਂ ਮੰਤਰਾਂ ਨਾਲ ਸੰਸਕਾਰ ਕੀਤਾ ਹੋਇਆ, ਚਾਹੇ ਬਿਨਾਂ ਮੰਤਰਾਂ ਹੀ ਅਗਨੀ ਦੇਵਤਾ ਹੈ। ਮਨੂ ਸਮ੍ਰਿਤੀ ਅਧਿਆਇ 9ਵਾਂ ਸ਼ਲੋਕ 347। ਬ੍ਰਾਹਮਣ ਜੇ ਚੋਰੀ ਕਰੇ ਤਾਂ ਰਾਜਾ ਉਸ ਨੂੰ ਸਜ਼ਾ ਨਾ ਦੇਵੇ, ਕਿਉਂਕਿ ਰਾਜੇ ਦੀ ਹੀ ਨਾਲਾਇਕੀ ਕਰਕੇ ਬ੍ਰਾਹਮਣ ਭੁੱਖਾ ਹੋ ਕੇ ਚੋਰੀ ਕਰਦਾ ਹੈ। ਮਨੂ ਸਮ੍ਰਿਤੀ ਅਧਿਆਇ 77ਵਾਂ ਸ਼ਲੋਕ 22ਵਾਂ। ਬ੍ਰਾਹਮਣ ਬਦ ਚਲਣ ਵੀ ਪੂਜਣ ਯੋਗ ਹੈ, ਸ਼ੂਦਰ ਜਿਤੇਂਦਰੀ ਵੀ ਪੂਜਨ ਲਾਇਕ ਨਹੀਂ। ਜਾਤੀ ਅਭਿਮਾਨ ਦੀ ਇਹ ਸਿੱਖਿਆ ਮਿਲਣ ਕਰਕੇ ਤੁਲਸੀਦਾਸ ਜਿਹੇ ਭਗਤਾਂ ਨੇ ਵੀ ਆਪਣੇ ਪੁਸਤਕਾਂ ਨੂੰ ਅਯੋਗ ਲੇਖ ਲਿਖ ਕੇ ਕਲੰਕਿਤ ਕਰ ਦਿੱਤਾ ਹੈ। ਯਥਾ ਸੇਈਏ ਵਿਪਰ ਗਿਆਨ ਗੁਣਹੀਨਾ, ਸੋਦਰ ਨ ਸੇਈਏ ਗਿਆਨ ਪਰਵੀਣਾ। ਸੋ ਬ੍ਰਾਹਮਣ ਬਦ ਚਲਣ ਵੀ ਪੂਜਣ ਯੋਗ ਹੈ, ਸ਼ੂਦਰ ਜਿਤੇਂਦਰੀ ਵੀ ਪੂਜਨ ਲਾਇਕ ਨਹੀਂ। ਕੌਣ ਖੱਟਰ ਗਊ ਨੂੰ ਛੱਡ ਕੇ ਸੋ ਸ਼ੇਲ ਗਧੀ ਨੂੰ ਚੋਂਦਾ ਹੈ। ਪਰਾਸਰ ਸੰਹਿਤਾ ਅਧਿਆਇ 6ਵਾਂ। ਖੇਤੀ ਕਰਨ ਵਾਲਾ ਬ੍ਰਾਹਮਣ ਜਿਤਨੀ ਜ਼ਮੀਨ ਚਾਹੇ ਬਾਹ ਲਵੇ ਔਰ ਕਿਸੇ ਨੂੰ ਮੁਆਮਲਾ ਮਸੂਲ ਕੁਝ ਨਾ ਦੇਵੇ, ਕਿਉਂਕਿ ਸਭ ਚੀਜ਼ਾਂ ਦਾ ਮਾਲਕ ਬ੍ਰਾਹਮਣ ਹੀ ਹੈ। ਬ੍ਰਹਤ ਪਰਾਸਰ ਸੰਹਿਤਾ ਅਧਿਆਇ 3। ਬ੍ਰਾਹਮਣ ਵੇਦ ਵਿਰੁੱਧ ਕਰਮ ਕਰਨ ਕਰਕੇ ਵੀ ਦੋਸ਼ੀ ਨਹੀਂ ਹੁੰਦਾ। ਜਿਸ ਤਰ੍ਹਾਂ ਅਗਨੀ ਸਭ ਪਦਾਰਥਾਂ ਨੂੰ ਭਸਮ ਕਰਦੀ ਹੋਈ ਔਰ ਇਸਤਰੀ ਯਾਰ ਨਾਲ ਭੋਗ ਕਰਕੇ ਵੀ ਦੋਸ਼ਿਤ ਨਹੀਂ ਹੁੰਦੀ। ਬ੍ਰਹਤ ਪਰਾਸਰ ਸੰਹਿਤਾ ਅਧਿਆਇ 2 ਔਰ ਦੇਖੋ ਆਤਰ ਸੰਹਿਤਾ। ਬ੍ਰਾਹਮਣ ਨੂੰ ਨਿਰਦੋਸ਼ ਸਿੱਧ ਕਰਨ ਲਈ ਦ੍ਰਿਸ਼ਟਾਂਤ ਵਿੱਚ ਜੋ ਅਕਲਾਖੀ ਤਾਲੀਮ ਦਿੱਤੀ ਹੈ, ਇਸ ਵਿੱਚ ਸਭਿਅਤਾ ਦਾ ਭੋਗ ਹੀ ਪਾ ਦਿੱਤਾ ਹੈ। ਇਸ ਲੇਖ ਨੂੰ ਪੜ੍ਹ ਕੇ ਇਸਤਰੀਆਂ ਦਾ ਪਵਿੱਤਰ ਰਹਿਣਾ ਕਠਿਨ ਹੈ। ਹੁਣ ਬ੍ਰਾਹਮਣ ਦੇ ਮੁਕਾਬਲੇ ਸ਼ੂਦਰ ਦੀ ਦੁਰਦਸ਼ਾ ਦੇਖੋ। ਸ਼ੂਦਰ ਦੇ ਰਾਜ ਵਿੱਚ ਨਹੀਂ ਵਸਣਾ ਚਾਹੀਏ। ਮਨੂ ਸਮ੍ਰਿਤੀ ਅਧਿਆਇ 4 ਸ਼ਲੋਕ 62। ਇਸ ਤੋਂ ਸਿੱਧ ਹੁੰਦਾ ਹੈ ਕਿ ਹਰੇਕ ਰਾਜਾ ਨੂੰ ਹਿੰਦੂ ਮਤ ਵਿੱਚ ਛਤਰੀ ਨਹੀਂ ਮੰਨਿਆ ਗਿਆ। ਕੇਵਲ ਜਨਮ ਤੋਂ ਹੀ ਛਤਰੀ ਹਨ, ਉਹ ਹੀ ਛਤਰੀ ਪਦ ਦੇ ਅਧਿਕਾਰੀ ਹਨ। ਵਾਹਿਗੁਰੂ ਦਾ ਧੰਨਵਾਦ ਹੈ ਕਿ ਲੋਕ ਮਨੂ ਜੀ ਦੇ ਇਸ ਬਚਨ ਪਰ ਸ਼ਰਧਾ ਨਹੀਂ ਰੱਖਦੇ। ਜੇ ਕਿਤੇ ਇਸ ਆਗਿਆ ਦਾ ਪਾਲਣ ਕਰਦੇ ਤਾਂ ਅਨੇਕ ਦੇਸ਼ ਉੱਜੜ ਜਾਂਦੇ ਔਰ ਕਈ ਥਾਂ ਇਤਨੇ ਆਬਾਦ ਹੁੰਦੇ ਕਿ ਰਹਿਣ ਬਹਿਣ ਨੂੰ ਜਗ੍ਹਾ ਨਾ ਲੱਭਦੀ। ਸ਼ੂਦਰ ਨੂੰ ਮੱਤ ਨਾ ਦੇਵੇ, ਹੋਮ ਤੋਂ ਬਚਿਆ ਹੋਇਆ ਅੰਨ ਨਾ ਦੇਵੇ ਔਰ ਸ਼ੂਦਰ ਨੂੰ ਧਰਮ ਦਾ ਉਪਦੇਸ਼ ਨਾ ਕਰੇ। ਮਨੂ ਸਮ੍ਰਿਤੀ ਅਧਿਆਇ 4 ਸ਼ਲੋਕ 80ਵਾਂ। ਪੈਰਾਂ ਤੋਂ ਜੰਮਿਆ ਹੋਇਆ ਸ਼ੂਦਰ ਜੇ ਬ੍ਰਾਹਮਣ ਛਤਰੀ ਵੈਸ਼ ਨੂੰ ਕਠੋਰ ਬਾਣੀ ਬੋਲੇ ਤਾਂ ਰਾਜਾ ਉਸ ਦੀ ਜੀਭ ਕਟਵਾ ਦੇਵੇ। ਮਨੂ ਸਮ੍ਰਿਤੀ ਅਧਿਆਇ 8ਵਾਂ ਸ਼ਲੋਕ 270। ਜੇ ਸ਼ੂਦਰ ਦਵੇ ਜਾਤੀਆਂ ਨੂੰ ਨਾਉ ਲੈ ਕੇ ਸਖਤੀ ਨਾਲ ਬੁਲਾਵੇ ਤਾਂ ਉਸ ਦੇ ਮੂੰਹ ਵਿੱਚ 10 ਉਂਗਲ ਲੰਮਾ ਲੋਹੇ ਦਾ ਕਿੱਲ ਅੱਗ ਵਰਗਾ ਲਾਲ ਕਰਕੇ ਠੋਕ ਦੇਵੇ। ਜੋ ਸ਼ੂਦਰ
ਅਭਿਮਾਨ ਕਰਕੇ ਬ੍ਰਾਹਮਣ ਨੂੰ ਧਰਮ ਦਾ ਉਪਦੇਸ਼ ਕਰੇ ਤਾਂ ਰਾਜਾ ਉਸ ਦੇ ਮੂੰਹ ਔਰ ਕੰਨਾਂ ਵਿੱਚ ਤੱਤਾ ਤੇਲ ਪਵਾ ਦੇਵੇ। ਵਾਹਿਗੁਰੂ ਵਾਹਿਗੁਰੂ। ਮਨੋ ਸਿਮ੍ਰਿਤੀ ਅਧਿਆਇ 8ਵਾਂ। ਸ਼ਲੋਕ 271 ਤੇ 72। ਸ਼ੂਦਰ ਆਪਣੇ ਜਿਸ ਅੰਗ ਨਾਲ ਦਿਵ ਜਾਤੀਆਂ ਨੂੰ ਤਾੜਨਾ ਕਰੇ, ਉਸ ਦਾ ਉਹੀ ਅੰਗ ਕਟਵਾ ਦੇਣਾ ਚਾਹੀਏ। ਮਨੋ ਸਿਮ੍ਰਿਤੀ ਅਧਿਆਇ 8ਵਾਂ। ਸ਼ਲੋਕ 79। ਸਾਮਰਥ ਹੋ ਕੇ ਵੀ ਸ਼ੂਦਰ ਧਨ ਜਮਾ ਨਾ ਕਰੇ, ਕਿਉਂਕਿ ਸ਼ੂਦਰ ਧਨੀ ਹੋ ਕੇ ਬ੍ਰਾਹਮਣਾਂ ਨੂੰ ਦੁੱਖ ਦੇਣ ਲੱਗ ਜਾਂਦਾ ਹੈ। ਮਨੋ ਸਿਮ੍ਰਿਤੀ ਅਧਿਆਇ 30ਵਾਂ। ਸ਼ਲੋਕ 229। ਸ਼ੂਦਰ ਦਾ ਅੰਨ ਲਹੂ ਦੇ ਬਰਾਬਰ ਹੈ, ਔਰ ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੁੰਦਿਆਂ ਭੋਗ ਕਰੇ ਤਾਂ ਜੋ ਔਲਾਦ ਪੈਦਾ ਹੋਊ ਉਹ ਸ਼ੂਦਰ ਦੀ ਹੀ ਸਮਝੀ ਜਾਊ। ਲਘੂ ਆਤਰ ਸੰਹਿਤਾ ਅਧਿਆਇ 5ਵਾਂ। ਦੇਖੋ ਆਸ਼ਚਰਜ ਦੀ ਬਾਤ ਹੈ ਕਿ ਸ਼ੂਦਰ ਦੇ ਅੰਨ ਦਾ ਅਜਿਹਾ ਨਿਸ਼ੇਧ ਸੁਣ ਕੇ ਵੀ ਬ੍ਰਾਹਮਣ ਦਬਾ ਦਬ ਭੋਗ ਲਾਈ ਜਾਂਦੇ ਹਨ ਔਰ ਇਸ ਉਪਦੇਸ਼ ਸੁਣਨ ਤੋਂ ਬੋਲੇ ਹੋ ਰਹੇ ਹਨ। ਹੇ ਸ਼ੂਦਰੋ, ਆਪ ਹੀ ਕਿਰਪਾ ਕਰਕੇ ਅੰਨ ਦੇਣਾ ਬੰਦ ਕਰੋ, ਜਿਸ ਤੋਂ ਬ੍ਰਾਹਮਣ ਦਾ ਭਲਾ ਹੋਵੇ ਔਰ ਉਹਨਾਂ ਦੇ ਸੰਤਾਨ ਬ੍ਰਾਹਮਣ ਜਾਤੀ ਤੋਂ ਪਤਿਤ ਹੋ ਕੇ ਸ਼ੂਦਰ ਹੋਣੋਂ ਬਚ ਜਾਵੇ। ਜੋ ਸ਼ੂਦਰ ਜਾਪ ਹੋਮ ਕਰੇ, ਰਾਜਾ ਉਸ ਨੂੰ ਮਰਵਾ ਦੇਵੇ। ਆਤਰ ਸੰਹਿਤਾ। ਇਸੇ ਤਾਲੀਮ ਦਾ ਅਸਰ ਸ੍ਰੀ ਰਾਮਚੰਦਰ ਜੀ ਦੇ ਚਿੱਤ ਪਰ ਐਸਾ ਹੋਇਆ ਕਿ ਇੱਕ ਤਪ ਕਰਦੇ ਹੋਏ ਸ਼ੂਦਰ ਨੂੰ ਮਾਰ ਦਿੱਤਾ, ਜਿਸ ਦਾ ਪ੍ਰਸੰਗ ਇਸ ਤਰ੍ਹਾਂ ਹੈ। ਇੱਕ ਬ੍ਰਾਹਮਣ ਦਾ ਮੁੰਡਾ ਇਸ ਵਾਸਤੇ ਮਰ ਗਿਆ ਕਿ ਸ਼ੂਦਰ ਬਣ ਵਿੱਚ ਤਪ ਕਰ ਰਿਹਾ ਸੀ। ਰਾਮਚੰਦਰ ਜੀ ਨੇ ਬਣ ਵਿੱਚ ਪਹੁੰਚ ਕੇ ਉਸ ਤਪੀਏ ਸ਼ੂਦਰ ਨੂੰ ਪੁੱਛਿਆ, ਤੂੰ ਕੌਣ ਹੈ? ਉਸ ਨੇ ਆਖਿਆ, ਹੇ ਰਾਮ, ਮੈਂ ਸ਼ੰਭੂਕ ਨਾਮਕ ਸ਼ੂਦਰ ਹਾਂ। ਉਹ ਸੁਰਗ ਦੀ ਇੱਛਾ ਕਰਕੇ ਤਪ ਕਰ ਰਿਹਾ ਹਾਂ। ਇਤਨੇ ਸੁਣਦੇ ਹੀ ਰਾਮਚੰਦਰ ਜੀ ਨੇ ਮਿਆਨੋਂ ਤਲਵਾਰ ਧੂ ਕੇ ਸ਼ੰਭੂਕ ਦਾ ਸਿਰ ਵੱਢ ਸੁੱਟਿਆ। ਇਸ ਪਰ ਆਕਾਸ਼ ਵਿੱਚ ਸਾਰੇ ਦੇਵਤੇ ਆ ਜਮ੍ਹਾਂ ਹੋਏ ਔਰ ਰਾਮਚੰਦਰ ਜੀ ਪਰ ਫੁੱਲ ਬਰਸਾ ਕੇ ਕਹਿਣ ਲੱਗੇ, ਹੇ ਰਾਮ, ਤੂੰ ਧਨ ਹੈ, ਤੂੰ ਧਨ ਹੈ। ਤੈਂ ਇਹ ਦੇਵਤਿਆਂ ਦਾ ਭਾਰੀ ਕੰਮ ਕੀਤਾ ਹੈ ਔਰ ਵੱਡਾ ਪੁੰਨ ਖੱਟਿਆ ਹੈ ਕਿ ਸੁਰਗ ਵਿੱਚ ਆਉਣ ਦੀ ਇੱਛਾ ਵਾਲੇ ਸ਼ੂਦਰ ਨੂੰ ਵੱਢਿਆ ਹੈ। ਹੁਣ ਜੋ ਤੇਰੀ ਇੱਛਾ ਹੈ ਸਾਥੋਂ ਵਰ ਮੰਗ। ਰਾਮਚੰਦਰ ਜੀ ਨੇ ਆਖਿਆ, ਹੇ ਦੇਵਤਿਓ, ਜੇ ਤੁਸੀਂ ਪ੍ਰਸੰਨ ਹੋ ਤਾਂ ਇਹ ਵਰ ਦਿਓ ਕਿ ਬ੍ਰਾਹਮਣ ਦਾ ਮੁੰਡਾ ਜੀ ਉੱਠੇ। ਦੇਵਤਿਆਂ ਨੇ ਕਿਹਾ, ਹੇ ਰਾਮ, ਉਹ ਤਾਂ ਉਦੋਂ ਹੀ ਜਿਉਂਦਾ ਹੋ ਗਿਆ ਜਦੋਂ ਤੁਸੀਂ ਸ਼ੂਦਰ ਦਾ ਸਿਰ ਵੱਢਿਆ ਹੈ। ਵਾਲਮੀਕ ਰਾਮਾਇਣ ਉੱਤਰ ਕਾਂਡ ਅਧਿਆਇ 76। ਜੇ ਸ਼ੂਦਰ ਪੰਚ ਗਵਿਆ ਪੀਵੇ। ਗਵੇ ਲਓ, ਆਪ ਨੂੰ ਪੰਜ ਗਵਿਆ ਦਾ ਨੁਸਖਾ ਦਸੀਏ ਜੋ ਸਾਰੀਆਂ ਅਸ਼ੁੱਧੀਆਂ ਪਰ ਜਾਦੂ ਦਾ ਅਸਰ ਰੱਖਦਾ ਹੈ। ਗੋਬਰ 1 ਮਾਸਾ, ਗੋਮੂਤਰ 2 ਮਾਸੇ, ਘੀ 4 ਮਾਸੇ, ਦੁੱਧ ਅਤੇ ਦਹੀਂ 8 ਮਾਸੇ। ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਨਾਲ ਪੰਜ ਗਵਿਆ ਬਣਦਾ ਹੈ। ਦੇਖੋ ਆਤਰ ਸੰਹਿਤਾ ਵਿੱਚ। ਜੇ ਖੂਹ ਦਾ ਪਾਣੀ ਅਸ਼ੁੱਧ ਹੋ ਜਾਵੇ ਤਦ ਵੀ ਇਹੋ ਅਸ਼ੁੱਧੀ ਸਫਾਈ ਲਈ ਵਰਤਣੀ ਦੱਸੀ ਹੈ। ਅਭਖਸ਼ ਵਸਤੂ ਖਾ ਪੀ ਕੇ ਸ਼ੁੱਧ ਹੋਣ ਲਈ ਵੀ ਇਹੋ ਮਹਾਨ ਚਮਤਕਾਰੀ ਰਸਾਇਣ ਹੈ। ਸੋ ਜੇ ਸ਼ੂਦਰ ਪੰਜ ਗਵਿਆ ਪੀਵੇ ਤਾਂ ਨਰਕ ਨੂੰ ਚਲਿਆ ਜਾਂਦਾ ਹੈ। ਵਿਸ਼ਨੂੰ ਸਿਮਰਤੀ ਅਧਿਆਇ 54। ਸ਼ੂਦਰ ਦਾ ਅੰਨ ਖਾ ਕੇ ਬ੍ਰਾਹਮਣ 7 ਜਨਮ ਕੁੱਤਾ ਹੁੰਦਾ ਹੈ, 9 ਜਨਮ ਸੂਰ ਬਣਦਾ ਹੈ, 8 ਜਨਮ ਗਿਰਜ ਹੁੰਦਾ ਹੈ। ਬਿਰਧ ਅਤ ਸੰਹਿਤਾ ਅਧਿਆਇ 5। ਜੇ ਸ਼ੂਦਰ ਦਾ ਅੰਨ ਪੇਟ ਵਿੱਚ ਹੋਵੇ
ਔਰ ਉਸ ਵੇਲੇ ਬ੍ਰਾਹਮਣ ਮਰ ਜਾਵੇ ਤਾਂ ਪਿੰਡ ਦਾ ਸੂਰ ਜਾਂ ਕੁੱਤਾ ਬਣਦਾ ਹੈ। ਆਪ ਸਤੰਭ ਸਿਮਰਤੀ ਅਧਿਆਏ 8ਵਾਂ। ਕਾਪਿਲਾ ਗਊ ਦਾ ਦੁੱਧ ਪੀਣ ਕਰਕੇ ਔਰ ਵੇਦ ਦਾ ਅੱਖਰ ਵਿਚਾਰਨ ਸ਼ੂਦਰ ਨੂੰ ਜ਼ਰੂਰ ਨਰਕ ਹੁੰਦਾ ਹੈ। ਪਰਾਸਰ ਸੰਹਿਤਾ ਅਧਿਆਏ 2। ਇਸ ਦੇ ਮੁਕਾਬਲੇ ਵਿੱਚ ਦੇਖੋ ਗੁਰਬਾਣੀ ਕੀ ਆਖਦੀ ਹੈ। ਉਪਦੇਸ਼ ਚਾਹੋ ਵਰਨਾ ਕਉ ਸਾਜਾ ਔਰ ਉਦਰੈ ਸਿਮਰ ਚੰਡਾਲ ਔਰ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸ਼ੂਦਰ ਨੂੰ ਅਕਲ ਨਾ ਸਿਖਾਵੇ, ਧਰਮ ਦਾ ਉਪਦੇਸ਼ ਨਾ ਕਰੇ ਔਰ ਬ੍ਰਤ ਆਦਿਕ ਨਾ ਦੱਸੇ। ਜੋ ਸ਼ੂਦਰ ਨੂੰ ਇਹ ਗੱਲਾਂ ਸਿਖਾਉਂਦਾ ਹੈ ਉਹ ਸ਼ੂਦਰ ਸਮੇਤ ਅਨੇਰ ਘੁੱਪ ਨਰਕ ਵਿੱਚ ਜਾ ਪੈਂਦਾ ਹੈ। ਵਸ਼ਿਸ਼ਟ ਸੰਹਿਤਾ ਅਧਿਆਇ 18ਵਾਂ। ਸ਼ੂਦਰ ਨੂੰ ਖਾਣ ਲਈ ਅੰਨ ਭਾਂਡੇ ਵਿੱਚ ਨਹੀਂ ਕਿੰਤੂ ਜ਼ਮੀਨ ਪਰ ਦੇਣਾ ਚਾਹੀਏ, ਕਿਉਂਕਿ ਸ਼ੂਦਰ ਅਤੇ ਕੁੱਤਾ ਦੋਵੇਂ ਸਮਾਨ ਹਨ। ਆਪ ਸਤੰਭ ਸਿਮਰਤੀ ਅਧਿਆਇ 9ਵਾਂ ਸ਼ਲੋਕ 34ਵਾਂ। ਸੋ ਗੁਰੂ ਪਿਆਰੀ, ਗੁਰੂ ਸਵਾਰੀ ਸਾਧ ਸੰਗਤ ਜੀ, ਇਹ ਪ੍ਰਸੰਗ ਅੱਜ ਆਪਾਂ ਇੱਥੇ ਹੀ ਸੰਕੋਚਦੇ ਹਾਂ। ਕੱਲ ਮੁੜ ਫਿਰ ਸ਼ੁਰੂ ਕਰਾਂਗੇ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।